ਚੈਨਲ ਪੰਜਾਬੀ ਦੇ ਨਾਲ ਜੁੜ ਚੁੱਕੇ तमाम ਸਰੋਤਿਆਂ ਤੇ ਦਰਸ਼ਕਾਂ ਦਾ ਕੈਨੇਡਾ ਨਿਊਜ਼ ਦੇ ਵਿੱਚ ਸਵਾਗਤ ਹੈ। ਮੈਂ ਹਰਸ਼ਦੀਪ ਸਿੰਘ। ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਦੇ ਨਾਲ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮੁੜ ਮੌਸਮ ਦੇ ਵਿੱਚ ਹੋਈ ਤਬਦੀਲੀ। ਹਫ਼ਤੇ 'ਚ ਦੂਸਰੀ ਵਾਰ ਸਨੋਫਾਲ ਫ੍ਰੀਜ਼ਿੰਗ ਰੇਨ ਦੇ ਨਾਲ ਸੜਕਾਂ ਹੋਈਆਂ ਤਿਲਕਵੀਆਂ। ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਦਿੱਤੀ ਜਾ ਰਹੀ ਹੈ ਸਲਾਹ। ਸਟੈਟਿਕਸ ਕੈਨੇਡਾ ਦੀ ਰਿਪੋਰਟ ਦੇ ਅਨੁਸਾਰ 0.1% ਦਾ ਕੈਨੇਡੀਅਨ ਅਰਥਚਾਰੇ ਦੇ ਵਿੱਚ ਹੋਇਆ ਮਾਮੂਲੀ ਵਾਧਾ। 2023 ਦੇ ਵਿੱਚ ਕੈਨੇਡੀਅਨ ਆਰਥਿਕਤਾ ਦੀ ਸਲੋ ਰਹਿਣ ਦੀ ਸੰਭਾਵਨਾ। ਕੋਵਿਡ-19 ਮਹਾਮਾਰੀ ਨੂੰ ਲੈ ਕੇ ਚਰਚਾਵਾਂ ਜਾਰੀ। ਕੈਨੇਡੀਅਨ ਹੈਲਥ ਮਿਨਿਸਟਰ ਵੱਲੋਂ ਸਾਵਧਾਨੀਆਂ ਵਰਤਣ ਦੀ ਆਖੀ ਗਈ ਗੱਲ। ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਮਾਸਕ ਲਾਜ਼ਮੀ ਕਰਨ ਦਾ ਨਹੀਂ ਕੋਈ ਇਰਾਦਾ। ਹੁਣ ਜਾਣਦੇ ਖਬਰਾਂ ਵਿਸਤਾਰ ਦੇ ਨਾਲ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮੌਸਮ 'ਚ ਮੁੜ ਤਬਦੀਲੀ ਦੇਖੀ ਜਾ ਰਹੀ ਹੈ। ਇੱਕ ਹਫ਼ਤੇ ਦੌਰਾਨ ਦੂਜੀ ਵਾਰ ਸਨੋਫਾਲ ਦਾ ਸਾਹਮਣਾ ਇਲਾਕੇ ਵੱਲੋਂ ਕੀਤਾ ਜਾ ਰਿਹਾ ਹੈ। ਇਸ ਸਮੇਂ ਲੋਅਰ ਮੇਨਲੈਂਡ ਅਤੇ ਆਸ-ਪਾਸ ਦੇ ਖੇਤਰਾਂ 'ਚ ਫ੍ਰੀਜ਼ਿੰਗ ਰੇਨ ਦੇ ਨਾਲ ਤਾਪਮਾਨ ਕਾਫੀ ਜ਼ਿਆਦਾ ਹੇਠਾਂ ਚਲਾ ਗਿਆ। ਇਹ ਰਾਤ ਤੱਕ ਪੂਰੀ ਤਰ੍ਹਾਂ ਮੀਂਹ 'ਚ ਤਬਦੀਲ ਹੋ ਜਾਏਗੀ, ਜਿਸ ਦੇ ਬਾਅਦ ਤਾਪਮਾਨ 'ਚ ਵਾਧਾ ਦਰਜ ਕੀਤਾ ਜਾਏਗਾ। ਸਾਈਡਵਾਕ ਅਤੇ ਰੋਡਸ ਤੇ ਜੰਮੀ ਬਰਫ਼ ਵੀ ਇਸ ਨਾਲ ਸਾਫ਼ ਹੋਏਗੀ, ਪਰ ਫਿਲਹਾਲ ਇਹ ਬਹੁਤ ਜ਼ਿਆਦਾ ਸਲਿੱਪਰੀ ਬਣੀ ਹੋਈ ਹੈ। BC ਸਰਕਾਰ ਵੱਲੋਂ ਵੀ ਲੋਕਾਂ ਲਈ ਹਦਾਇਤ ਜਾਰੀ ਕੀਤੀ ਗਈ ਹੈ ਕਿ ਜੇਕਰ ਕੋਈ ਜ਼ਰੂਰੀ ਕੰਮ ਨਾ ਹੋਵੇ ਤਾਂ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ, ਕਿਉਂਕਿ ਰੋਡਸ ਸਲਿੱਪਰੀ ਹੋ ਸਕਦੇ ਨੇ ਅਤੇ ਦੇਖਣ ਵਿੱਚ ਵੀ ਪਰੇਸ਼ਾਨੀ ਆ ਸਕਦੀ ਹੈ। BC ਪ੍ਰੋਵਿੰਸ ਦੇ 2/3 ਹਿੱਸੇ 'ਚ 5 ਤੋਂ 20 ਸੈਂਟੀਮੀਟਰ ਤੱਕ ਬਰਫ਼ਬਾਰੀ ਹੋਣ ਦੀ ਪੇਸ਼ਨਗੋਈ ਕੀਤੀ ਗਈ ਸੀ। ਦੂਜੇ ਪਾਸੇ ਜੇਕਰ ਗੱਲਬਾਤ ਪ੍ਰੋਵਿੰਸ ਓਨਟਾਰੀਓ ਦੀ ਕੀਤੀ ਜਾਵੇ ਤਾਂ ਇੱਥੇ ਵੀ ਸਟ੍ਰੋਮ ਕਾਰਨ ਲੋਕਾਂ ਨੂੰ ਸਮੱਸਿਆਵਾਂ ਦਰਪੇਸ਼ ਆ ਰਹੀਆਂ ਨੇ, ਜਿੱਥੇ ਵੀ ਲੋਕਾਂ ਨੂੰ ਸਫ਼ਰ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ ਤੇ ਲਗਾਤਾਰ ਇਹ ਗੱਲਬਾਤ ਆਖੀ ਗਈ ਹੈ ਕਿ ਕੋਈ ਵੀ ਵੀਕਐਂਡ ਤੇ ਘੁੰਮਣ ਦਾ ਪਲਾਨ ਨਾ ਬਣਾਵੇ ਅਤੇ ਗੈਰ ਜ਼ਰੂਰੀ ਸਫ਼ਰ ਨਾ ਕਰੇ। ਤੇ ਨਾਲੋਂ ਨਾਲ ਇਹ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਕੁਝ ਲੋਕਾਂ ਨੂੰ ਇਲੈਕਟ੍ਰਿਸਿਟੀ ਤੋਂ ਬਿਨਾਂ ਵੀ ਰਹਿਣਾ ਪੈ ਸਕਦਾ ਹੈ। ਵੈਨਕੂਵਰ ਅਤੇ ਪੀਅਰਸਨ ਏਅਰਪੋਰਟ ਤੋਂ ਉਡਾਨਾਂ ਵੀ ਰੱਦ ਕੀਤੀਆਂ ਗਈਆਂ ਨੇ। ਵੈਸਟਜੈਟ ਏਅਰਲਾਈਨਸ ਨੇ ਕਿਹਾ ਹੈ ਕਿ ਹੌਲੀਡੇ ਵੀਕਐਂਡ ਉੱਤੇ ਅਨੁਮਾਨੇ ਗਏ ਜ਼ਬਰਦਸਤ ਬਰਫੀਲੇ ਤੂਫਾਨ ਦੇ ਮੱਦੇਨਜ਼ਰ BC ਅਤੇ ਓਨਟਾਰੀਓ ਤੋਂ ਆਪਣੀਆਂ ਉਡਾਨਾਂ ਰੱਦ ਕਰਨ ਜਾ ਰਹੇ ਨੇ। ਵੀਰਵਾਰ ਰਾਤ ਨੂੰ ਜਾਰੀ ਇੱਕ ਬਿਆਨ 'ਚ ਏਅਰਲਾਈਨ ਨੇ ਕਿਹਾ ਸੀ ਕਿ BC ਦੇ 5 ਏਅਰਪੋਰਟਸ ਤੋਂ 126 ਉਡਾਨਾਂ ਅਤੇ ਓਨਟਾਰੀਓ ਤੇ ਕਿਊਬਿਕ ਦੇ 5 ਏਅਰਪੋਰਟਸ ਤੇ 140 ਉਡਾਨਾਂ ਰੱਦ ਕੀਤੀਆਂ ਗਈਆਂ ਨੇ। ਵੈਨਕੂਵਰ ਏਅਰਪੋਰਟ ਤੋਂ ਵੈਸਟਜੈਟ ਨੇ ਵੀਰਵਾਰ ਰਾਤ 11:50 ਤੋਂ ਬਾਅਦ ਸ਼ੁੱਕਰਵਾਰ ਦੇਰ ਸ਼ਾਮ ਤੱਕ ਸਾਰੀਆਂ ਫਲਾਈਟਾਂ ਰੱਦ ਕਰ ਦਿੱਤੀਆਂ ਨੇ। ਇਸੇ ਤਰ੍ਹਾਂ ਪੀਅਰਸਨ ਏਅਰਪੋਰਟ ਤੋਂ ਵੀ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਵੈਸਟਜੈਟ ਦੀਆਂ ਸਾਰੀਆਂ ਫਲਾਈਟਸ ਰੱਦ ਹੋਣਗੀਆਂ। ਇਸ ਤੋਂ ਇਲਾਵਾ ਬਾਕੀ ਏਅਰਲਾਈਨਸ ਦੀਆਂ ਫਲਾਈਟਸ ਦੇ ਵਿੱਚ ਵੀ ਦੇਰੀ ਹੋ ਸਕਦੀ ਹੈ। ਖਰਾਬ ਮੌਸਮ ਦੇ ਚਲਦਿਆਂ ਜਹਾਜ਼ ਟੇਕ ਆਫ ਨਹੀਂ ਹੋਣਗੇ, ਤਾਂ ਇਸ ਕਰਕੇ तमाम ਸਫ਼ਰ ਕਰਨ ਵਾਲੇ ਲੋਕਾਂ ਨੂੰ ਵੀ ਸਕੈਜੂਅਲ ਚੈੱਕ ਕਰਕੇ ਹੀ ਘਰ ਤੋਂ ਜਾਣਾ ਚਾਹੀਦਾ ਤੇ ਉਹਨਾਂ ਨੂੰ ਦੇਰੀ ਦੇ ਲਈ ਤਿਆਰ ਵੀ ਰਹਿਣਾ ਚਾਹੀਦਾ ਹੈ। ਕੈਨੇਡੀਅਨ ਅਰਥਚਾਰੇ ਦੇ ਉੱਤੇ ਰਿਸੈਸ਼ਨ ਦਾ ਖਤਰਾ ਲਗਾਤਾਰ ਮੰਡਰਾ ਰਿਹਾ ਅਤੇ ਇਸੇ ਦੌਰਾਨ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ 'ਚ ਲਗਾਤਾਰ ਵਾਧਾ ਕੀਤਾ ਗਿਆ ਤਾਂ ਜੋ ਮਹਿੰਗਾਈ ਨੂੰ ਹੇਠਾਂ ਲਿਆਇਆ ਜਾ ਸਕੇ। ਇਸ ਨਾਲ ਦੇਸ਼ ਦੇ ਅਰਥਚਾਰੇ ਨੂੰ ਮੰਦਵਾੜੇ ਤੋਂ ਬਚਾਇਆ ਜਾ ਸਕਦਾ ਹੈ, ਪਰ ਮਾਹਿਰਾਂ ਅਤੇ ਰਿਪੋਰਟਾਂ ਅਨੁਸਾਰ 2023 ਦੇ ਵਿੱਚ ਵੀ ਕੈਨੇਡੀਅਨ ਆਰਥਿਕਤਾ ਸਲੋ ਰਹਿ ਸਕਦੀ ਹੈ ਅਤੇ ਕੈਨੇਡੀਅਨਸ ਨੂੰ ਹੋਰ ਔਖਾ ਸਮਾਂ ਦੇਖਣ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸੇ ਦੌਰਾਨ ਸਟੈਟਿਕਸ ਕੈਨੇਡਾ ਵੱਲੋਂ ਕੈਨੇਡੀਅਨਸ ਇਕਨੋਮੀ ਨੂੰ ਲੈ ਕੇ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ, ਜਿਸ ਵਿੱਚ ਸਾਹਮਣੇ ਆਇਆ ਕਿ ਕੈਨੇਡੀਅਨ ਅਰਥਚਾਰੇ ਵਿੱਚ 0.1 ਯਾਨੀ ਕਿ 0.1% ਦਾ ਵਾਧਾ ਹੋਇਆ। ਮਾਹਿਰਾਂ ਮੁਤਾਬਕ ਡੋਮੈਸਟਿਕ ਪ੍ਰੋਡਕਸ਼ਨ ਅਤੇ ਰੀਡਿੰਗ ਉਮੀਦ ਤੋਂ ਜ਼ਿਆਦਾ ਸਾਹਮਣੇ ਆਈ ਹੈ ਤੇ ਫੈਡਰਲ ਏਜੰਸੀ ਦੇ ਮੁਤਾਬਕ ਸਪੋਰਟਸ ਨਾਲ ਸੰਬੰਧਿਤ ਤੇ ਕਲਚਰਲ ਨਾਲ ਸੰਬੰਧਿਤ ਇੰਡਸਟਰੀ ਦੇ ਵਿੱਚ 4.7% ਦਾ ਵਾਧਾ ਦੇਖਿਆ ਗਿਆ। ਇਸ ਤੋਂ ਇਲਾਵਾ ਮਾਈਨਿੰਗ, ਗੈਸ ਸੈਕਟਰ ਅਤੇ ਮੈਨੂਫੈਕਚਰਿੰਗ ਸੈਕਟਰ ਦੇ ਵਿੱਚ ਕਮੀ ਸਾਹਮਣੇ ਆਈ ਹੈ। ਕਾਬਲੇ ਗੌਰ ਹੈ ਕਿ ਬੈਂਕ ਆਫ ਕੈਨੇਡਾ ਵੱਲੋਂ ਵਧਾਈਆਂ ਗਈਆਂ ਵਿਆਜ ਦਰਾਂ ਦੇ ਨਾਲ ਕੰਸਟਰਕਸ਼ਨ ਇੰਡਸਟਰੀ ਦੀ ਰਫ਼ਤਾਰ ਵੀ ਮੱਧਮ ਪਈ ਹੈ ਤੇ ਦੂਜੇ ਪਾਸੇ ਫੂਡ ਸੈਕਟਰ ਦੀ ਮਹਿੰਗਾਈ ਘਟਣ ਦਾ ਨਾਮ ਨਹੀਂ ਲੈ ਰਹੀ। ਪਰ ਇਸੇ ਦੌਰਾਨ ਕੈਨੇਡੀਅਨ ਅਰਥਚਾਰੇ ਦੇ ਅੱਗੇ ਵਧਣ ਦੀ ਰਫ਼ਤਾਰ ਪਿਛਲੇ ਮਹੀਨੇ ਦੇ ਬਰਾਬਰ ਹੀ ਰਹੀ ਹੈ, ਜੋ ਕਿ ਸਲੋ ਰਫ਼ਤਾਰ ਹੈ। ਰਾਹਤ ਦੀ ਖਬਰ ਇਹ ਹੈ ਕਿ ਅਰਥਚਾਰਾ 0 ਤੇ ਜ਼ਰੂਰ ਨਹੀਂ ਬਣਿਆ, ਪਰ 0.1% ਦਾ ਵਾਧਾ ਦਰਜ ਕੀਤਾ ਗਿਆ। ਬੈਂਕ ਆਫ ਕੈਨੇਡਾ ਦੇ ਸੀਨੀਅਰ ਅਰਥ ਸ਼ਾਸਤਰੀਆਂ ਦਾ ਕਹਿਣਾ ਹੈ ਕਿ ਹੁਣ ਤੱਕ ਸਰਵਿਸ ਸੈਕਟਰ ਦੀ ਬਦੌਲਤ ਕੈਨੇਡੀਅਨ
ਅਰਥਚਾਰਾ ਭਾਵੇਂ ਮਾਮੂਲੀ ਹੀ ਸਹੀ ਪਰ ਵਿਕਾਸ ਕਰਦਾ ਜਾ ਰਿਹਾ ਹੈ। ਪਰ ਅਸਲ ਸਵਾਲ ਇਹ ਹੈ ਕਿ ਆਉਂਦੇ ਨਵੇਂ ਸਾਲ ਦੇ ਪਹਿਲੇ ਅੱਧ ਵਿੱਚ ਚੀਜ਼ਾਂ ਕਿਸ ਤਰ੍ਹਾਂ ਦੀਆਂ ਹੋਣਗੀਆਂ ਜਦੋਂ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ 'ਚ ਵਾਧੇ ਦਾ ਪੂਰਨ ਪ੍ਰਭਾਵ ਸਾਹਮਣੇ ਆਏਗਾ, ਕਿਉਂਕਿ ਇਸ ਸਮੇਂ ਪ੍ਰਭਾਵ ਪੂਰੀ ਤਰ੍ਹਾਂ ਸਾਹਮਣੇ ਨਹੀਂ ਆਇਆ। ਬੇਸ਼ੱਕ ਬੈਂਕ ਵੱਲੋਂ ਵਿਆਜ ਦਰਾਂ ਵਧਾਈਆਂ ਗਈਆਂ ਨੇ, ਪਰ ਅਗਲੇ ਸਾਲ ਦੇ ਅੱਧ ਤੱਕ ਹਰ ਖੇਤਰ ਦੇ ਵਿੱਚ ਬੈਂਕ ਵੱਲੋਂ ਵਧਾਈਆਂ ਵਿਆਜ ਦਰਾਂ ਦਾ ਪ੍ਰਭਾਵ ਨਜ਼ਰ ਆਏਗਾ। ਇਸ ਦੇ ਬਾਅਦ ਹੀ ਅਰਥਚਾਰੇ ਨੂੰ ਲੈ ਕੇ ਪੇਸ਼ਨਗੋਈਆਂ ਤੇ ਸ਼ੰਕੇ ਜਿਹੜੇ ਨੇ ਉਹ ਦੂਰ ਹੋਣਗੇ। ਦੁਨੀਆ ਭਰ ਦੇ ਵਿੱਚ ਇਸ ਸਮੇਂ ਮੁੜ ਤੋਂ ਕੋਵਿਡ-19 ਦਾ ਖਤਰਾ ਮੰਡਰਾ ਰਿਹਾ ਹੈ। ਇਸੇ ਦੌਰਾਨ ਕੈਨੇਡਾ ਦੀ ਚੀਫ ਪਬਲਿਕ ਹੈਲਥ ਆਫਿਸਰਸ ਦਾ ਕਹਿਣਾ ਹੈ ਕਿ ਅਜੇ ਵੀ ਕੋਵਿਡ-19 ਵੱਡੀ ਪੱਧਰ ਉੱਪਰ ਸਰਕੂਲੇਟ ਹੋ ਰਿਹਾ ਤੇ ਨਵੇਂ ਸਾਲ ਵਿੱਚ ਇਨਫਲੂਐਂਜ਼ਾ ਅਤੇ ਹੋਰ ਸਟ੍ਰੇਨਸ ਵੀ ਉੱਭਰ ਸਕਦੇ ਨੇ। ਡਾਕਟਰ ਥੈਰੇਸਾ ਟੈਮ ਨੇ ਆਖਿਆ ਕਿ ਭਵਿੱਖ ਵਿੱਚ ਮਹਾਮਾਰੀਆਂ ਤੋਂ ਬਚਣ ਲਈ ਵੀ ਸਰਕਾਰਾਂ ਨੂੰ ਨਿਵੇਸ਼ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਇੱਕ ਇੰਟਰਵਿਊ ਵਿੱਚ ਟੈਮ ਨੇ ਆਖਿਆ ਕਿ ਕੈਨੇਡੀਅਨਸ ਨੂੰ ਚੌਕਸ ਰਹਿਣਾ ਚਾਹੀਦਾ ਹੈ ਤੇ ਇਹਨਾਂ ਛੁੱਟੀਆਂ ਦੌਰਾਨ ਲੋਕਾਂ ਵੱਲੋਂ ਜਿਸ ਢੰਗ ਦੀਆਂ ਸਾਵਧਾਨੀਆਂ ਵਰਤੀਆਂ ਜਾਣਗੀਆਂ ਉਸੇ ਹਿਸਾਬ ਦੇ ਨਾਲ ਹੀ ਕੋਵਿਡ-19 ਤੇ ਫਲੂ ਦੀ ਅਸਰ ਵੀ ਦਿਖਾਈ ਦੇਣਗੇ। ਉਹਨਾਂ ਆਖਿਆ ਕਿ ਵੈਕਸੀਨੇਸ਼ਨ ਸਭ ਨੂੰ ਕਰਵਾ ਕੇ ਰੱਖਣੀ ਚਾਹੀਦੀ ਹੈ। ਭੀੜ ਭਾੜ ਵਾਲੀਆਂ ਇੰਡੋਰ ਥਾਵਾਂ ਤੇ ਮਾਸਕ ਵੀ ਲਾ ਕੇ ਰੱਖਣੇ ਚਾਹੀਦੇ ਨੇ। ਕਿਸੇ ਬਿਮਾਰ ਪਰਿਵਾਰਕ ਮੈਂਬਰ ਦੀ ਸੇਵਾ ਸੰਭਾਲ ਕਰਦਿਆਂ ਵੀ ਮਾਸਕ ਲਾ ਕੇ ਰੱਖਣਾ ਜ਼ਰੂਰੀ ਹੈ ਤੇ ਜੇ ਸਿਹਤ ਠੀਕ ਨਾ ਹੋਵੇ ਤਾਂ ਘਰ ਵਿੱਚ ਹੀ ਰਹਿਣਾ ਚਾਹੀਦਾ। ਉਹਨਾਂ ਆਖਿਆ ਕਿ ਅਸੀਂ ਸਹੀ ਫੈਸਲਾ ਲੈ ਕੇ ਸਥਿਤੀ ਨੂੰ ਵਿਗੜਨ ਤੋਂ ਬਚਾ ਸਕਦੇ ਹਾਂ ਤੇ ਨਾਲੋਂ ਨਾਲ ਅਸੀਂ ਇਹ ਵੀ ਜਾਣਦੇ ਹਾਂ ਕਿ ਖਤਰੇ ਨੂੰ ਘਟਾਉਣ ਲਈ ਕੀ ਕੀਤਾ ਜਾ ਸਕਦਾ ਹੈ। ਉਹਨਾਂ ਇਹ ਵੀ ਦੱਸਿਆ ਕਿ ਜਦੋਂ ਹਸਪਤਾਲਾਂ ਉੱਤੇ ਪਹਿਲਾਂ ਹੀ ਬਹੁਤ ਜ਼ਿਆਦਾ ਬੋਝ ਹੈ, ਟਾਈਮ ਨੇ ਆਖਿਆ ਕਿ ਇਹ ਬਹੁਤ ਜ਼ਰੂਰੀ ਹੈ ਕਿ ਇਹ ਚੇਤੇ ਵਿੱਚ ਰੱਖਿਆ ਜਾਵੇ ਕਿ ਜਿਹੜੇ ਲੋਕ ਅਕਸਰ ਬਿਮਾਰ ਪੈਂਦੇ ਨੇ ਉਹਨਾਂ ਲਈ ਐਂਟੀਵਾਇਰਲ ਡਰੱਗ ਪੈਕਸੋਲੋਵਿਡ ਵੀ ਉਪਲਬਧ ਹੈ। ਇਸ ਨਾਲ ਲੋਕਾਂ ਦੇ ਬਿਮਾਰ ਪੈਣ ਤੇ ਹਸਪਤਾਲਾਂ 'ਚ ਦਾਖਲ ਹੋਣ ਦਾ ਖਤਰਾ ਘਟਦਾ ਹੈ। ਉਹਨਾਂ ਆਖਿਆ ਕਿ ਇਸ ਸਮੇਂ ਸਾਨੂੰ ਇਹ ਧਿਆਨ ਰੱਖਣ ਦੀ ਲੋੜ ਹੈ ਕਿ ਇਸ ਤਰ੍ਹਾਂ ਦੇ ਕਿਸੇ ਵੀ ਮਾਮਲਿਆਂ 'ਚ ਵਾਧਾ ਨਾ ਹੋਵੇ। ਡਾਕਟਰ ਟੈਮ ਮੁਤਾਬਕ ਇਨਫਲੂਐਂਜ਼ਾ ਦੇ H3N2 ਸਟ੍ਰੇਨ ਕਾਰਨ ਕਈ ਬੱਚੇ ਤੇ ਬਜ਼ੁਰਗ ਪਹਿਲਾਂ ਹੀ ਹਸਪਤਾਲਾਂ 'ਚ ਦਾਖਲ ਨੇ ਤੇ ਸੰਭਾਵਨਾ ਹੈ ਕਿ ਇਹ ਗਿਣਤੀ ਇੱਕਦਮ ਘਟ ਜਾਵੇਗੀ, ਪਰ ਉਹ ਇਸ ਗੱਲ ਉੱਤੇ ਨਜ਼ਰ ਰੱਖ ਰਹੇ ਨੇ ਕਿ ਇਨਫਲੂਐਂਜ਼ਾ ਏ ਦਾ ਇੱਕ ਹੋਰ ਸਟ੍ਰੇਨ ਜੋ ਹੁਣ ਉੱਭਰ ਰਿਹਾ ਹੈ ਉਹ ਵੀ ਅੱਗੇ ਨਾ ਫੈਲੇ। ਇਹ ਵੀ ਬਹੁਤਾ ਕਰਕੇ ਬੱਚਿਆਂ ਨੂੰ ਹੀ ਮਾਰ ਕਰੇਗਾ। ਟੈਮ ਨੇ ਆਖਿਆ ਕਿ ਇਸ ਤੋਂ ਇਲਾਵਾ ਸਾਨੂੰ ਹੋਰ ਮਹਾਮਾਰੀ ਨਾਲ ਨਜਿੱਠਣ ਦੇ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ ਤੇ ਨਾਲੋਂ ਨਾਲ ਉਹਨਾਂ ਕੈਨੇਡੀਅਨਸ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਜੇਕਰ ਮੁਲਕ ਵਾਸੀ ਇਸ ਮੌਕੇ ਸਾਵਧਾਨੀਆਂ ਵਰਤਣਗੇ, ਖਾਸ ਕਰ ਛੁੱਟੀਆਂ ਦੇ ਇਸ ਸੀਜ਼ਨ ਦੇ ਦੌਰਾਨ ਸਾਵਧਾਨੀਆਂ ਵਰਤਣਗੇ ਤਾਂ ਕੈਨੇਡਾ ਨੂੰ ਸਿਹਤ ਸੰਬੰਧੀ ਇਹਨਾਂ ਮਹਾਮਾਰੀਆਂ ਦੀ ਚਿੰਤਾ ਨਹੀਂ ਹੋਏਗੀ ਤੇ ਇਸ ਦਾ ਪ੍ਰਭਾਵ ਦੇਖਣ ਨੂੰ ਨਹੀਂ ਮਿਲੇਗਾ। ਕੋਵਿਡ-19 ਮਹਾਮਾਰੀ ਦਾ ਖਤਰਾ ਦੁਬਾਰਾ ਤੋਂ ਮੰਡਰਾ ਰਿਹਾ ਹੈ। ਚੀਨ ਵਿੱਚ ਹੋਈ ਤਾਜ਼ਾ ਆਊਟਬ੍ਰੇਕ ਨੇ ਸਭ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਕੈਨੇਡੀਅਨ ਹੈਲਥ ਆਫੀਸ਼ੀਅਲਸ ਵੱਲੋਂ ਵੀ ਆਖਿਆ ਜਾ ਰਿਹਾ ਹੈ ਕਿ ਉਹ ਚੀਨ ਦੀ ਸਥਿਤੀ ਉੱਤੇ ਨਜ਼ਰ ਰੱਖ ਰਹੇ ਨੇ। ਇਸੇ ਦੌਰਾਨ ਚਰਚਾ ਚੱਲ ਰਹੀ ਹੈ ਕਿ ਦੇਸ਼ ਭਰ ਦੇ ਵਿੱਚ ਮਾਸਕ ਦੁਬਾਰਾ ਲਾਜ਼ਮੀ ਕੀਤੇ ਜਾਣ ਜਾਂ ਨਾ ਕੀਤੇ ਜਾਣ। ਇਸੇ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਸਰਕਾਰ ਦੀ ਫੈਡਰਲ ਪੱਧਰ ਤੇ ਮਾਸਕ ਪਹਿਨਣ ਨੂੰ ਮੁੜ ਤੋਂ ਲਾਜ਼ਮੀ ਕਰਨ ਦੀ ਫਿਲਹਾਲ ਕੋਈ ਯੋਜਨਾ ਨਹੀਂ ਹੈ। ਫੈਡਰਲ ਸਰਕਾਰ ਨੇ ਅਕਤੂਬਰ 2022 ਦੇ ਵਿੱਚ ਆਪਣੇ ਅਧਿਕਾਰ ਖੇਤਰ 'ਚ ਆਉਂਦੇ ਸੈਕਟਰਾਂ ਜਿਵੇਂ ਕਿ ਹਵਾਈ ਅੱਡੇ, ਰੇਲ ਸੈਕਟਰਾਂ ਦੇ ਵਿੱਚ ਮਾਸਕ ਪਹਿਨਣ ਦੀਆਂ ਸ਼ਰਤਾਂ ਨੂੰ ਹਟਾ ਦਿੱਤਾ ਗਿਆ ਸੀ, ਪਰ ਸਰਕਾਰ ਜਨਤਕ ਇੰਡੋਰ ਥਾਵਾਂ ਉੱਤੇ ਮਾਸਕ ਪਹਿਨਣ ਨੂੰ ਉਤਸ਼ਾਹਿਤ ਜ਼ਰੂਰ ਕਰ ਰਹੀ ਸੀ। ਸਾਰੀਆਂ ਬਿਮਾਰੀਆਂ ਜਿਸ ਵਿੱਚ ਕੋਵਿਡ-19 ਵੀ ਸ਼ਾਮਲ ਹੈ, ਇਸ ਦੇ ਮਰੀਜ਼ਾਂ ਦੇ ਵਿੱਚ ਹਸਪਤਾਲਾਂ 'ਚ ਵਾਧਾ ਦੇਖਿਆ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਕੁਝ ਹੈਲਥ ਮਾਹਿਰ ਮਾਸਕ ਲਾਜ਼ਮੀ ਕੀਤੇ ਜਾਣ ਦੀ ਮੰਗ ਵੀ ਕਰ ਰਹੇ ਨੇ। ਉਹਨਾਂ ਆਖਿਆ ਕਿ ਇਸ ਸਮੇਂ ਪ੍ਰੋਵਿੰਸ਼ੀਅਲ ਸਰਕਾਰਾਂ ਨੂੰ ਹਾਲਾਤਾਂ ਮੁਤਾਬਕ ਫੈਸਲੇ ਲੈਣੇ ਚਾਹੀਦੇ ਨੇ, ਕਿਉਂਕਿ ਜੇਕਰ ਫੈਡਰਲ ਸਰਕਾਰ ਮਾਸਕ ਲਾਜ਼ਮੀ ਕਰਦੀ ਹੈ ਤਾਂ ਉਸ ਦਾ ਅਸਰ ਬਹੁਤ ਥੋੜਾ ਦਿਖਾਈ ਦੇਗਾ। ਇਸ ਲਈ ਜ਼ਰੂਰੀ ਹੈ ਕਿ ਹੈਲਥ ਮਾਹਰਾਂ ਦੀਆਂ ਹਦਾਇਤਾਂ ਅਨੁਸਾਰ ਪ੍ਰੋਵਿੰਸਾਂ ਇਸ ਬਾਰੇ ਕਦਮ ਚੁੱਕਣ। ਪ੍ਰਧਾਨ ਮੰਤਰੀ ਮੁਤਾਬਕ ਭਵਿੱਖ ਦੇ ਹਾਲਾਤਾਂ ਅਨੁਸਾਰ ਸਰਕਾਰ ਇਸ ਬਾਰੇ ਫੈਸਲਾ ਲੈ ਸਕਦੀ ਹੈ, ਪਰ ਜਿਨ੍ਹਾਂ ਥਾਵਾਂ ਉੱਤੇ ਲੋਕ ਰੈਗੂਲਰ ਜਾਂਦੇ ਨੇ ਅਤੇ ਭੀੜ ਹੁੰਦੀ ਹੈ ਉਹ तमाम ਸਪੇਸਸ ਪ੍ਰੋਵਿੰਸਾਂ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦੇ ਨੇ। ਇਸ ਕਰਕੇ ਪ੍ਰੋਵਿੰਸਾਂ ਨੂੰ ਸਭ ਤੋਂ ਪਹਿਲਾਂ ਸਥਿਤੀ ਵਾਚਣੀ ਚਾਹੀਦੀ ਹੈ ਤੇ ਉਸ ਢੰਗ ਦੇ ਨਾਲ ਕਦਮ ਚੁੱਕਣੇ ਚਾਹੀਦੇ ਨੇ। ਅਲਬਰਟਾ ਸਰਕਾਰ ਵੱਲੋਂ ਲੋਕਾਂ ਨੂੰ ਪ੍ਰੋਵਿੰਸ ਵਿੱਚ ਆ ਕੇ ਰਹਿਣ ਵਾਸਤੇ ਲਗਾਤਾਰ ਉਤਸ਼ਾਹਿਤ ਕੀਤਾ ਜਾ ਰਹੀ ਹੈ। ਕੈਨੇਡਾ ਭਰ ਦੇ ਵਿੱਚ ਐਡਵਰਟਾਈਜ਼ਮੈਂਟ ਵੀ ਜਾਰੀ ਹੈ,
ਜਿਸ ਦਾ ਅਸਰ ਵੀ ਹੁਣ ਦਿਖਾਈ ਦੇਣ ਲੱਗਿਆ ਕਿਉਂਕਿ ਲੋਕਾਂ ਨੂੰ ਸਸਤੇ ਘਰਾਂ ਤੇ ਅਫੋਰਡੇਬਿਲਟੀ ਦਾ ਪੱਖ ਅਲਬਰਟਾ ਸਰਕਾਰ ਦਿਖਾ ਰਹੀ ਹੈ, ਜਿਸ ਕਾਰਨ ਫਸਟ ਟਾਈਮ ਹੋਮ ਬਾਇਰ ਸੂਬੇ ਵੱਲ ਆਕਰਸ਼ਿਤ ਹੋ ਰਹੇ ਨੇ। ਹੁਣ ਤਾਜ਼ਾ ਅੰਕੜੇ ਸਾਹਮਣੇ ਆਏ ਨੇ ਜਿਸ ਅਨੁਸਾਰ ਲੱਗ ਰਿਹਾ ਹੈ ਕਿ ਲੋਕ ਅਲਬਰਟਾ ਆ ਕੇ ਵਸਣ ਦੇ ਇੱਛੁਕ ਨੇ। ਜੁਲਾਈ ਅਤੇ ਸਤੰਬਰ ਦੇ ਵਿਚਕਾਰ ਅਲਬਰਟਾ ਦੀ ਆਬਾਦੀ ਵਿੱਚ ਲਗਭਗ 60,000 ਦਾ ਵਾਧਾ ਹੋਇਆ। ਸਟੈਟਿਕਸ ਕੈਨੇਡਾ ਨੇ 1951 ਦੇ ਵਿੱਚ ਆਬਾਦੀ ਦਾ ਰਿਕਾਰਡ ਰੱਖਣਾ ਸ਼ੁਰੂ ਕੀਤਾ ਸੀ। ਉਸ ਸਮੇਂ ਤੋਂ ਹੁਣ ਤੱਕ ਦਾ ਇਹ ਸਭ ਤੋਂ ਵੱਡਾ ਵਾਧਾ ਹੈ। ਸਟੈਟਿਕਸ ਅਨੁਸਾਰ ਅਕਤੂਬਰ ਮਹੀਨੇ ਦੀ ਸ਼ੁਰੂਆਤ ਤੱਕ ਅਲਬਰਟਾ ਦੀ ਆਬਾਦੀ 46,01,314 ਤੱਕ ਪੁੱਜਣ ਦੀ ਸੰਭਾਵਨਾ ਹੈ ਤੇ ਇਹ ਪਿਛਲੇ 3 ਮਹੀਨਿਆਂ ਤੋਂ 58,203 ਵਧੀ ਹੈ। ਮਾਹਿਰਾਂ ਅਨੁਸਾਰ 1.28% ਦਾ ਵਾਧਾ ਇਸ ਨੂੰ ਅਸੀਂ ਕਹਿ ਸਕਦੇ ਹਾਂ, ਜਿਸ ਨਾਲ ਆਰਥਿਕਤਾ ਵਿੱਚ ਮਜ਼ਬੂਤੀ ਵੀ ਆ ਰਹੀ ਹੈ। ਆਰਥਿਕ ਮਾਹਿਰਾਂ ਅਨੁਸਾਰ ਹਾਲ ਹੀ ਵਿੱਚ ਅਲਬਰਟਾ 'ਚ ਨਿਵੇਸ਼ ਵਧਿਆ ਜੋ ਕਿ ਤੇਲ ਦੀ ਆਰਥਿਕਤਾ ਤੇ ਸੈਕਟਰ ਤੋਂ ਅਲੱਗ ਹੈ। ਪਿਛਲੇ ਕੁਝ ਮਹੀਨਿਆਂ ਦੌਰਾਨ ਬ੍ਰਿਟਿਸ਼ ਕੋਲੰਬੀਆ ਤੇ ontario ਤੋਂ ਬਹੁਤ ਲੋਕ ਅਲਬਰਟਾ ਆ ਕੇ ਵਸੇ ਨੇ, ਜਿਸ ਦਾ ਕਾਰਨ ਅਫੋਰਡੇਬਿਲਟੀ ਮੰਨਿਆ ਜਾ ਰਿਹਾ ਹੈ ਕਿਉਂਕਿ ਸਸਤੇ ਘਰ ਖਰੀਦਣ ਲਈ ਉਮੀਦ ਨਾਲ ਸਾਰੇ ਇੱਥੇ ਪੁੱਜ ਰਹੇ ਨੇ। ਇਸ ਤੋਂ ਇਲਾਵਾ ਅਲਬਰਟਾ ਛੱਡ ਬਾਕੀ ਪ੍ਰੋਵਿੰਸਾਂ ਵਿੱਚ ਜਾਣ ਵਾਲੇ ਲੋਕਾਂ ਦੀ ਗਿਣਤੀ ਦੇ ਵਿੱਚ ਵੀ ਕਮੀ ਆਈ ਹੈ। ਕੈਨੇਡਾ ਵੈਸਟ ਫਾਊਂਡੇਸ਼ਨ ਅਨੁਸਾਰ ਅਲਬਰਟਾ ਦੀ ਆਰਥਿਕਤਾ ਚੰਗੀ ਤਰ੍ਹਾਂ ਗਰੋ ਕਰ ਰਹੀ ਹੈ, ਜਿਸ ਕਾਰਨ ਲੋਕ ਇੱਥੇ ਆ ਕੇ ਵਸਣਾ ਚਾਹੁੰਦੇ ਨੇ। ਬ੍ਰਿਟਿਸ਼ ਕੋਲੰਬੀਆ ਤੇ ontario ਵਿੱਚ ਸਭ ਤੋਂ ਜ਼ਿਆਦਾ ਇਮੀਗ੍ਰੈਂਟਸ ਪਹੁੰਚਦੇ ਨੇ। ਇਹਨਾਂ ਦੋਵੇਂ ਪ੍ਰੋਵਿੰਸਾਂ ਤੋਂ ਕ੍ਰਮਵਾਰ ਬ੍ਰਿਟਿਸ਼ ਕੋਲੰਬੀਆ ਤੋਂ 11,000 ਅਤੇ ontario ਤੋਂ 12,000 ਲੋਕ ਇਹਨਾਂ ਪ੍ਰੋਵਿੰਸਾਂ ਨੂੰ ਛੱਡ ਕੇ ਅਲਬਰਟਾ ਦੇ ਵਿੱਚ ਪਿਛਲੇ 3 ਮਹੀਨਿਆਂ ਦੌਰਾਨ ਪਹੁੰਚੇ ਨੇ। ਬ੍ਰਿਟਿਸ਼ ਕੋਲੰਬੀਆ ਤੇ ਲੋਅਰ ਮੇਨਲੈਂਡ ਦੇ ਵਿੱਚ ਪੈ ਰਹੀ ਫ੍ਰੀਜ਼ਿੰਗ ਰੇਨ ਦੇ ਬਾਅਦ ਸੜਕਾਂ ਸਲਿਪਰੀ ਹੋ ਗਈਆਂ ਨੇ ਤੇ ਲੋਕਾਂ ਨੂੰ ਗੈਰ ਜ਼ਰੂਰੀ ਸਫ਼ਰ ਨਾ ਕਰਨ ਦੀ ਅਪੀਲ ਸਰਕਾਰਾਂ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਅਜਿਹੇ ਮੌਸਮ ਵਿੱਚ ਹਾਦਸੇ ਵਾਪਰਨ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸੇ ਦੌਰਾਨ ਪੋਰਟਮੈਨ ਅਤੇ ਐਲੈਕਸ ਫਰੇਜ਼ਰ ਬ੍ਰਿਜ ਨੂੰ ਬੰਦ ਕਰ ਦਿੱਤਾ ਗਿਆ, ਜਿਸ ਕਾਰਨ ਵੈਨਕੂਵਰ ਆਉਣ ਜਾਣ ਵਾਲੇ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਪੋਟੇਲੋ ਬ੍ਰਿਜ ਤੋਂ ਆਵਾਜਾਈ ਜਾਰੀ ਹੈ ਕਿਉਂਕਿ ਇਸ ਮੌਸਮ ਦੌਰਾਨ ਬ੍ਰਿਜ ਉੱਤੇ ਬਰਫ਼ ਜੰਮ ਗਈ ਹੈ ਤੇ ਜੋ ਤਾਰਾਂ ਸੇਫਟੀ ਦੇ ਲਈ ਲਗਾਈਆਂ ਗਈਆਂ ਨੇ ਇਹਨਾਂ ਉੱਪਰ ਵੀ ਬਰਫ਼ ਜੰਮਣ ਕਾਰਨ ਰਿਸਕ ਵੱਧ ਜਾਂਦਾ ਹੈ, ਜਿਸ ਨਾਲ ਕਾਰਾਂ ਤਿਲਕ ਸਕਦੀਆਂ ਨੇ ਤੇ ਕਾਰਾਂ ਦਾ ਨੁਕਸਾਨ ਵੀ ਹੋ ਸਕਦਾ ਹੈ। ਵੈਨਕੂਵਰ ਅਤੇ ਪੀਅਰਸਨ ਤੋਂ ਉਡਾਨਾਂ ਵੀ ਇਸ ਸਮੇਂ ਦੌਰਾਨ ਰੱਦ ਕੀਤੀਆਂ ਜਾ ਰਹੀਆਂ ਨੇ, ਜਿਸ ਦੇ ਕਾਰਨ ਲੋਕਾਂ ਨੂੰ ਸਿੱਧੇ ਰੂਪ ਦੇ ਵਿੱਚ ਇਹੀ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਗੈਰ ਜ਼ਰੂਰੀ ਸਫ਼ਰ ਨਾ ਕਰਨ ਅਤੇ ਜੇਕਰ ਜ਼ਰੂਰੀ ਕੰਮ ਹੋਵੇ ਫੇਰ ਹੀ ਘਰਾਂ ਤੋਂ ਬਾਹਰ ਜਾਣ। ਦੂਜੇ ਪਾਸੇ ਹਵਾਈ ਸਫ਼ਰ ਕਰਨ ਵਾਲੇ ਲੋਕਾਂ ਨੂੰ ਵੀ ਸਕੈਜੂਅਲ ਚੈੱਕ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ ਕਿਉਂਕਿ ਬਹੁਤ ਸਾਰੀਆਂ 에ਅਰਲਾਈਨਸ ਵੱਲੋਂ ਟੋਰਾਂਟੋ ਅਤੇ ਵੈਨਕੂਵਰ ਤੋਂ ਆਪਣੀਆਂ ਫਲਾਈਟਸ ਰੱਦ ਕੀਤੀਆਂ ਗਈਆਂ ਨੇ ਤੇ ਕੁਝ ਫਲਾਈਟਸ ਬਹੁਤ ਜ਼ਿਆਦਾ ਦੇਰੀ ਦੇ ਨਾਲ ਚੱਲਣਗੀਆਂ। ਗ੍ਰੇਟਰ ਟੋਰਾਂਟੋ ਏਰੀਆ ਵਿੱਚ ਬੀਤੇ ਕਈ ਮਹੀਨਿਆਂ ਤੋਂ ਗੱਡੀਆਂ ਚੋਰੀ ਕਰਨ ਵਾਲੇ ਗੈਂਗ ਦੇ 51 ਲੋਕਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਪੁਲਿਸ ਵੱਲੋਂ 215 ਤੋਂ ਵੱਧ ਵਾਹਨ ਵੀ ਬਰਾਮਦ ਕੀਤੇ ਗਏ ਨੇ, ਜਿਨ੍ਹਾਂ ਦੀ ਕੀਮਤ ਲਗਭਗ $17 ਮਿਲੀਅਨ ਦੱਸੀ ਜਾ ਰਹੀ ਹੈ। ਇਸ ਪੂਰੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਪੁਲਿਸ ਵੱਲੋਂ ਇੱਕ ਨਿਊਜ਼ ਕਾਨਫਰੰਸ ਦੌਰਾਨ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਲਗਭਗ ਪੂਰੇ ਦੇ ਪੂਰੇ ਗਿਰੋਹ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਬਾਕੀ ਜੋ ਲੋਕ ਰਹਿ ਗਏ ਨੇ ਉਹਨਾਂ ਦੀਆਂ ਗ੍ਰਿਫਤਾਰੀਆਂ ਦੇ ਲਈ ਕੋਸ਼ਿਸ਼ਾਂ ਜਾਰੀ ਨੇ। The Greater Toronto Area and Ontario and nationally is, as you've heard, experiencing dramatic increase in auto theft crime. This is organized auto theft crime. Residents and businesses across Peel region and other jurisdictions are waking up in the morning and finding that vehicles have been taken from the driveway. They use this illegally gained proceeds to fund and fuel other criminal activity, to bring, as you see here, guns, drugs, and violence into our communities. I would like to offer a little bit of perspective on this. In Peel region, on average, we are recovering approximately 6 stolen vehicles a day in 2022. We have recovered in 2022 $30 million worth of stolen vehicles more than we did in 2021. And the reason why I offer that is because it provides some perspective on the work that's being done, like we see here today, by the investigative teams that we've tasked
to tackle this priority, but also it demonstrates the actual issue and the volume of cars that are being taken from our citizens. The vehicles represented in this project represent millions of dollars of proceeds that are removed from the pockets of the people that are participating in organized crime and organized auto theft. It impacts their ability to fuel other illicit activities and other crimes. I would really like to take the opportunity to thank our investigators and support units, as well as all of our partners that you see here today. Project Touchdown was a persistent, collaborative, and effective investigation which used techniques to interrupt and dismantle the criminal organizations that are targeting our communities. ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਵੱਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 4 ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਅਦੁੱਤੀ ਸ਼ਹਾਦਤ ਨੂੰ ਯਾਦ ਕੀਤਾ ਗਿਆ। ਇਸ ਸਮਾਗਮ ਦੌਰਾਨ ਬੱਚਿਆਂ ਨੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਜੀਵਨ ਬਾਰੇ ਵੀ ਗੱਲਬਾਤ ਕੀਤੀ ਅਤੇ ਇਸ ਤੋਂ ਇਲਾਵਾ ਕੀਰਤਨ ਦਰਬਾਰ ਵੀ ਸਜਾਇਆ ਗਿਆ। ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਦਸੰਬਰ ਦੇ ਮਹੀਨੇ ਵਿੱਚ ਸਮੁੱਚਾ ਸਿੱਖ ਜਗਤ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ 4 ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਨ ਮਨਾਉਂਦਾ ਹੈ। ਗੁਰੂ ਜੀ ਦੇ ਲਾਡਲੀ ਸੁਪੁੱਤਰਾਂ ਦੀਆਂ ਸ਼ਹੀਦੀਆਂ ਸੰਸਾਰ ਦੇ ਇਤਿਹਾਸ ਵਿੱਚ ਬੇਜੋੜ ਹਨ। ਇਹਨਾਂ ਨੇ ਬਹਾਦਰੀ, ਦਲੇਰੀ, ਨਿਰਭੈਤਾ, ਨਿਸ਼ਕਾਮਤਾ, ਸਵੈਮਨ, ਧਰਮ ਅਤੇ ਸਿੱਖ ਕੌਮ ਦੇ ਦਰਸ਼ਾ ਦੇ ਖਾਤਰ ਸਵੈ ਕੁਰਬਾਨੀ ਦਿੱਤੀ। ਆਨੰਦਪੁਰ ਦਾ ਕਿਲ੍ਹਾ ਪਹਾੜੀ ਰਾਜਿਆਂ ਅਤੇ ਮੁਗਲਾਂ ਦੀਆਂ ਝੂਠੀਆਂ ਕਸਮਾਂ ਤੋਂ ਬਾਅਦ ਜੱਟ ਸਿੰਘਾਂ ਦੇ ਜੋੜ ਪਾਉਣ 'ਤੇ ਗੁਰੂ ਜੀ ਨੇ ਖਾਲੀ ਕੀਤਾ ਤਾਂ ਸਿੱਖ ਅਜੇ ਸਰਸੈਨਾ ਦੀ ਤੇ ਕੰਢੇ 'ਤੇ ਹੀ ਪਹੁੰਚੇ ਸਨ ਤਾਂ ਦੁਸ਼ਮਣਾਂ ਨੇ ਪਿੱਛੋਂ ਧਾਵਾ ਬੋਲ ਦਿੱਤਾ। ਨਦੀ ਪਾਰ ਕਰਦੇ ਸਮੇਂ ਗੁਰੂ ਜੀ ਦਾ ਪਰਿਵਾਰ ਵਿਛੜ ਗਿਆ। ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਇੱਕ ਪਾਸੇ ਚਲੇ ਗਏ। ਗੁਰੂ ਜੀ ਵੱਡੇ ਸਾਹਿਬਜ਼ਾਦਿਆਂ ਅਤੇ ਸਿੰਘਾਂ ਸਮੇਤ ਚਮਕੌਰ ਦੀ ਕੱਚੀ ਗੜੀ ਵਿੱਚ ਚਲੇ ਗਏ ਅਤੇ ਉੱਥੇ ਮੋਰਚੇ ਕੱਢ ਲਏ। ਗੁਰੂ ਜੀ ਨੇ ਸਿੰਘਾਂ ਦੇ ਛੋਟੇ ਛੋਟੇ ਜੱਥੇ ਬਣਾ ਦਿੱਤੇ। ਚਮਕੌਰ ਦੀ ਗੜੀ ਵੇਖੇ ਹੀ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਲੜਾਈ ਦੇ ਮੈਦਾਨ ਵਿੱਚ ਦੁਸ਼ਮਣਾਂ ਨਾਲ ਜੂਝਦੇ ਹੋਏ ਸ਼ਹੀਦ ਹੋ ਗਏ। ਉਧਰ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਗੰਗੂ ਆਪਣੇ ਪਿੰਡ ਖੇੜੀ ਲੈ ਗਿਆ। ਗੰਗੂ ਦਾ ਮਨ ਬੇਈਮਾਨ ਹੋ ਗਿਆ ਅਤੇ ਉਸਨੇ ਲਾਲਚ ਵਿੱਚ ਆ ਕੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਖਬਰ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਨੂੰ ਦੇ ਦਿੱਤੀ। ਤਿੰਨਾਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ। ਬੱਚਿਆਂ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਕਈ ਲਾਲਚ ਅਤੇ ਡਰਾਵੇ ਦਿੱਤੇ ਗਏ, ਪਰ 6 ਅਤੇ 8 ਸਾਲ ਦੇ ਬੱਚੇ ਦਾਦੀ ਮਾਂ ਦੇ ਸਿੱਖਿਆ ਅਤੇ ਬਾਣੀ ਦੇ ਪ੍ਰਭਾਵ ਨਾਲ ਨਿਡਰ ਹੋ ਗਏ। ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਵੀ ਸਾਹਿਬਜ਼ਾਦਿਆਂ ਨੇ ਇਸਲਾਮ ਧਰਮ ਕਬੂਲ ਕਰਨ ਤੋਂ ਨਾਂਹ ਕਰ ਦਿੱਤਾ ਤਾਂ ਅੰਤ ਵਿੱਚ ਦੋਨਾਂ ਸਾਹਿਬਜ਼ਾਦਿਆਂ ਨੂੰ ਕੰਧਾਂ ਵਿੱਚ ਚਿਣ ਕੇ ਸ਼ਹੀਦ ਦਾ ਹੁਕਮ ਕਰਨ ਦਿੱਤਾ। ਦਸ਼ਮੇਸ਼ ਪਿਤਾ ਨੇ 4 ਦੁਲਾਰਿਆਂ ਨੂੰ ਧਰਮ ਤੋਂ ਕੁਰਬਾਨ ਕਰਕੇ ਸੰਸਾਰ ਵਿੱਚ ਨਵਾਂ ਇਤਿਹਾਸ ਸਿਰਜ ਦਿੱਤਾ ਅਤੇ ਬੜੇ ਫਖਰ ਨਾਲ ਕਿਹਾ, एन पुत्रन के शीश पर वार दिए सुतचार, 4 मोए तो क्या हुआ जीवित कई हजार। अजीत सिंह बन के जायो, जुझार सिंह बन के जायो, अजीत सिंह बन के जायो, जुझार सिंह बन के जायो, जोरावर सिंह बन के जायो, फतेह सिंह बन के जायो, जोरावर सिंह बन के जायो, फतेह सिंह बन के जायो, जे चले उस सरहद तो सरदार बन के जायो। ਸੋ ਫਿਲਹਾਲ ਦੇ ਲਈ ਕੈਨੇਡਾ ਨਿਊਜ਼ ਦੇ ਵਿੱਚ ਇੰਨਾ ਹੀ, ਭਲਕੇ ਮੁੜ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਦਿਓ ਆਗਿਆ ਤੇ ਤੁਸੀਂ ਬਣੇ ਰਹੋ ਚੈਨਲ ਪੰਜਾਬੀ ਦੇ ਨਾਲ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।